ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ, ਬੈਂਕਾਕ ਥਾਈਲੈਂਡ ਤੋਂ ਫਿਰ ਇੱਕ ਵਾਰੀ ਆਪ ਜੀ ਦੇ ਨਾਲ ਰੋਜ਼ ਵਰਗਾ ਰਲ ਕੇ ਆਪਾਂ ਸਤਸੰਗ ਕਰਨ ਵਾਸਤੇ ਇਸ ਏਕ ਓਂਕਾਰ ਇੱਕ ਪਰਮਾਤਮਾ ਦੀ ਸੀਰੀਜ਼ ਚੱਲ ਰਿਹਾ। ਅਸੀਂ ਰਲ ਮਿਲ ਕੇ ਜਪਜੀ ਸਾਹਿਬ ਦੀ ਖੋਜ ਗਹਿਰਾਈ ਵਿੱਚ, ਪਿਆਰ ਦੇ ਵਿੱਚ, ਨਿਮਰਤਾ ਦੇ ਵਿੱਚ ਅਤੇ ਉਸ ਦੀ ਧਿਆਨ ਦੇ ਵਿੱਚ ਕਰ ਰਹੇ ਹਾਂ। ਉਸ ਦੀ ਕਹਿਣਾ ਮੰਨ ਰਹੇ ਹਾਂ, ਉਸ ਦੀ ਆਦੇਸ਼ ਵਿੱਚ ਚੱਲ ਰਿਹਾ, ਕੋਸ਼ਿਸ਼ ਕਰ ਰਹੇ ਹਾਂ, ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਿੰਦਗੀ ਨੂੰ ਗੁਰਬਾਣੀ ਬਣਾ ਰਹੇ ਹਾਂ, ਉੱਤੋਂ ਨਹੀਂ ਕਰ ਰਹੇ, ਦਿਲੋਂ ਕਰ ਰਹੇ ਹਾਂ। ਇੱਥੇ ਅਸੀਂ ਇਸ ਤਰ੍ਹਾਂ ਦਾ ਖੋਜ ਕਰ ਰਹੇ ਹਾਂ ਕਿ ਆਪਾਂ ਕਿਸੇ ਦੀ ਨੈਗੇਟਿਵਿਟੀਜ਼ ਨੂੰ ਦੇਖਣਾ ਵੀ ਨਹੀਂ, ਖੁਦ ਪੋਜ਼ੀਟਿਵ ਰਹਿਣਾ ਅਤੇ ਸਾਰੇ ਜੋ ਚੱਲ ਰਿਹਾ ਠੀਕ ਹੀ ਚੱਲ ਰਿਹਾ, ਉਸ ਦੇ ਹੁਕਮ ਵਿੱਚ ਹੀ ਚੱਲ ਰਿਹਾ। ਕਿਉਂਕਿ ਗੁਰੂ ਜੀ ਨੇ ਅਸੰਖ ਦੇ ਪੌੜੀਆਂ ਵਿੱਚ ਇੱਕ ਨੈਗੇਟਿਵ ਕੁਆਲਿਟੀਜ਼ ਦਾ ਵੀ ਪੌੜੀ 'ਚ ਦੱਸਿਆ ਕਿ ਜੋ ਚੋਰ ਨੇ, ਡਾਕੂ ਨੇ, ਉਹ ਸਭ ਵੀ ਹੁਕਮ ਵਿੱਚ ਚੱਲ ਰਿਹਾ ਅਤੇ ਅਸੀਂ ਨੀਚ ਹੋਵਾਂਗੇ ਜੇ ਅਸੀਂ ਉਸ ਨੂੰ ਗੌਰ ਕਰਾਂਗੇ। ਅਤੇ ਇਸ ਵਾਸਤੇ ਕੋਈ ਵੀ ਨੈਗੇਟਿਵਿਟੀਜ਼ ਜੇ ਤੁਹਾਨੂੰ ਦਿਸੇ, ਉਹਨੂੰ ਭੁੱਲ ਚੁੱਕ ਮਾਫ਼ ਕਰਨੀ, ਉਸ ਨੂੰ ਖਿਆਲ ਨਾ ਰੱਖਿਓ। ਅਤੇ ਸਾਡੇ ਕੋਲ ਬਹੁਤ ਭੁੱਲਾਂ ਹੋਣਗੀਆਂ ਅਤੇ ਤੁਸੀਂ ਜ਼ਰੂਰ ਮਾਫ਼ ਕਰਿਓ ਅਤੇ ਮੈਂ ਸਮਝਦੀ ਹਾਂ ਕਿ ਅਕਾਲ ਪੁਰਖ ਜ਼ਰੂਰ ਮਾਫ਼ ਕਰਨਗੇ, ਕਿਉਂਕਿ ਅਸੀਂ ਉਸ ਦੀ ਯਾਦ ਵਿੱਚ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਰਲ ਕੇ ਅਸੀਂ ਇਕੱਠੇ ਉਸ ਦੀ ਰਾਹ 'ਤੇ ਟੁਰ ਪਏ ਹਾਂ। ਅਤੇ ਆਓ ਜਪਜੀ ਸਾਹਿਬ ਦੇ ਅਸੀਂ ਪਹੁੰਚ ਚੁੱਕੇ ਹਾਂ 33rd ਪੌੜੀ। ਅਸੀਂ 32 ਪੌੜੀਜ਼ ਕਰ ਚੁੱਕੇ ਹਾਂ ਅਤੇ ਪਿਛਲੇ ਪੌੜੀ ਵਿੱਚ ਵੀ ਅਸੀਂ ਉਸ ਦੀ ਵਡਿਆਈ ਨੂੰ ਫਿਰ ਸਮਝਿਆ ਅਤੇ ਆਪਣੇ ਆਪ ਨੂੰ ਕੀੜੀ ਵਰਗਾ, ਪਰ ਅਸੀਂ ਕੀੜੀ ਵਰਗਾ ਗੱਲਾਂ ਆਕਾਸ਼ ਦੀ ਨਹੀਂ ਕਰਾਂਗੇ। ਅਸੀਂ ਉਸ ਨੂੰ ਵੇਖਾਂਗੇ ਅਤੇ ਉਸ ਨੂੰ ਆਪਣੇ ਮਨ ਵਿੱਚ ਰੱਖਾਂਗੇ ਅਤੇ ਉਸ ਨੂੰ ਕਹਾਂਗੇ ਤੂੰ ਆਪਣੇ ਗੱਲ ਮੈਨੂੰ ਸਮਝਾ, ਕਿਉਂਕਿ ਮੈਨੂੰ ਆਪ ਤਾਂ ਸਮਝ ਆਉਣੀ ਕੋਈ ਨਹੀਂ। ਅਤੇ ਉਸ ਦੀ ਫਿਰ ਵਡਿਆਈ ਵਿੱਚ ਫਿਰ ਮੈਂ 32 ਪੌੜੀਜ਼ ਅਸੀਂ ਕਰ ਚੁੱਕੇ ਹਾਂ ਕਿ ਇਸ ਜੀਭ ਨਾਲ ਅਸੀਂ ਉਸ ਨੂੰ ਪ੍ਰੇਜ਼ ਕਰਨੇ ਹਾਂ। ਪ੍ਰੇਜ਼ ਦੀ ਪੌੜੀ ਸਨ ਅਤੇ ਅਸੀਂ ਝੂਠੀ ਪ੍ਰੇਜ਼ ਨਹੀਂ ਕਰਨਾ, ਈਗੋ ਵਾਲੀ ਪ੍ਰੇਜ਼ ਨਹੀਂ ਕਰਨੀ, ਸੱਚੀ ਉਸ ਸਾਚੇ ਦੀ ਸੱਚੀ ਪ੍ਰੀਤ ਕਰਨੀ ਹੈ, ਸੱਚੀ ਪ੍ਰੇਜ਼ ਕਰਨੀ ਹੈ, ਮਨੋਂ ਕਰਨੀ ਹੈ ਅਤੇ ਉਸ ਨੂੰ ਉਸ ਦੀ ਯਾਦ ਵਿੱਚ ਕਰਨੀ ਹੈ। ਅਤੇ ਉਸ ਦੀ ਸੀੜੀਆਂ 'ਤੇ ਚੜ੍ਹਨੀ ਹੈ, ਜਿਵੇਂ ਕਿ ਮੈਂ ਉਸ ਦੇ ਨਾਲ ਯੂਨੀਅਨ ਕਰ ਰਹੀ ਹਾਂ, ਉਸ ਨੂੰ ਮਿਲਨ ਕਰ ਰਹੀ ਹਾਂ ਅਤੇ ਉਸ ਦੇ ਨਾਲ ਮਿਲਨ ਕਰਾਂਗੇ ਅਤੇ ਫਿਰ ਸਾਨੂੰ 21 ਜਨਮ ਦਾ ਫਾਇਦਾ ਹੋਏਗਾ। ਅਤੇ ਆਓ 33rd ਪੌੜੀ ਨੂੰ ਰਲ ਕੇ ਪੜ੍ਹਾਂਗੇ। ਆਖਣ ਜ਼ੋਰ ਚੁੱਪੇ ਨੇ ਜ਼ੋਰ, ਜ਼ੋਰ ਨ ਮੰਗਣ ਦੇਣ ਨ ਜ਼ੋਰ, ਜ਼ੋਰ ਨ ਜੀਵਨ ਮਰਨ ਨੇ ਜ਼ੋਰ, ਜ਼ੋਰ ਨ ਰਾਜ ਮਾਲ ਮਨ ਸ਼ੋਰ, ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋੜ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਹਮੇਸ਼ਾ ਵਰਗਾ ਇਹ ਪੌੜੀ ਕਾਫੀ ਲਾਈਨਾਂ ਨੇ, ਅਸੀਂ 2-2, 3-3, 4-4 ਲਾਈਨਾਂ ਕਰਕੇ ਸਮਝਾਂਗੇ ਇਸ ਨੂੰ। ਅਤੇ ਪਹਿਲੀ 3-4 ਲਾਈਨਾਂ ਨੂੰ ਸਮਝੀਏ। ਆਖਣ ਜ਼ੋਰ ਚੁੱਪੈ ਨੇ ਜ਼ੋਰ, ਜ਼ੋਰ ਨ ਮੰਗਣ ਦੇਣ ਨ ਜ਼ੋਰ, ਜ਼ੋਰ ਨ ਜੀਵਨ ਮਰਨ ਨਹਿ ਜ਼ੋਰ, ਜ਼ੋਰ ਨ ਰਾਜ ਮਾਲ ਮਨ ਸ਼ੋਰ। What power or strength do I have to speak or to remain silent? No any power or strength to ask or give or lend. I have no power or say as to whether I live or die. I have no power or say to acquire empires and wealth, and yet these are what stirs up a commotion in the mind, causing all the tumult. ਇੱਥੇ ਅਸੀਂ ਜ਼ੋਰ ਦੀ ਗੱਲ ਕਰਾਂਗੇ ਇਸ ਪੌੜੀ ਦੇ ਵਿੱਚ ਕਿ ਸਾਡੀ ਜ਼ੋਰ ਨਹੀਂ ਚੱਲਦੀ, ਉਸ ਦੀ ਜ਼ੋਰ ਚੱਲਦੀ ਹੈ। ਅਸੀਂ ਸਮਝਦੇ ਹਾਂ ਕਿ ਸਾਡੀ ਜ਼ੋਰ ਚੱਲੇਗੀ ਅਤੇ ਨਹੀਂ। ਇੱਥੇ what power or strength do I have to speak or to remain silent? ਆਖਣ ਜ਼ੋਰ ਚੁੱਪੇ ਨੇ ਜ਼ੋਰ, ਨਾ ਆਖਣ ਵਿੱਚ ਅਸੀਂ ਜ਼ੋਰ ਲਗਾ ਸਕਦੇ, ਨਾ ਚੁੱਪ ਰਹਿਣ ਵਿੱਚ ਅਸੀਂ ਜ਼ੋਰ ਲਗਾ ਸਕਦੇ। ਇੱਥੇ ਜ਼ੋਰ ਦੀ ਲੋੜ ਨਹੀਂ, ਫਲੋ ਦੀ ਲੋੜ ਹੈ। ਜ਼ੋਰ ਦੀ ਆਪੋਜ਼ਿਟ ਮੈਂ ਆਖਾਂਗੀ ਫਲੋ।
ਉਸ ਦੀ ਰਜ਼ਾ ਵਿੱਚ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਗੱਲ ਹੈ ਫਲੋ। ਅਤੇ ਅਸੀਂ ਕੁਝ ਆਖਣ ਵਿੱਚ ਅਸੀਂ ਜ਼ੋਰ ਨਹੀਂ ਪਾਵਾਂਗੇ, ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ ਪਾਵਾਂਗੇ। ਇਹ ਨਹੀਂ ਕਿਸੇ ਨੇ ਨਾਲ ਨਾਰਾਜ਼ ਹੋ ਗਏ ਅਤੇ ਚੁੱਪ ਕਰ ਜਾਈਏ, ਜਾਂ ਕਿਸੇ ਨੂੰ ਮਨਾਉਣਾ ਹੈ ਆਪਣੇ ਤਰੀਕੇ ਨਾਲ ਉਹ ਸੋਚੇ, ਬਾਰ ਬਾਰ ਦੱਸਣਾ, ਜ਼ੋਰ ਪਾਉਣਾ, ਇਹ ਵੀ ਗੱਲ ਦੀ ਲੋੜ ਨਹੀਂ ਹੈ। ਦੱਸਣਾ ਜ਼ਰੂਰ, ਆਪਣੇ ਆਈਡੀਆਜ਼ ਦੇਣੇ, ਪਰ ਉਹ ਫੋਲੋ ਕਰੇ ਨਾ ਕਰੇ, ਉਹ ਜ਼ੋਰ ਆਪਾਂ ਨਹੀਂ ਲਗਾਵਾਂਗੇ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਨੋ ਐਨੀ ਪਾਵਰ ਆਫ ਸਟਰੈਂਥ ਟੂ ਆਸਕ ਔਰ ਗਿਵ ਔਰ ਲੈਂਡ। ਮਤਲਬ ਮੰਗਣ ਦੀ ਵੀ ਜ਼ੋਰ ਨਹੀਂ ਕਰਾਂਗੇ, ਨਾ ਦੇਣ ਦੀ ਜ਼ੋਰ ਕਰਾਂਗੇ। ਕਿਸੇ ਕੋਲ ਮੰਗਣਾ ਨਹੀਂ ਕੁਛ, ਨਾ ਦੇਣ ਦੀ। ਜਿਵੇਂ ਕਿ ਅਸੀਂ ਜ਼ੋਰ ਨਾਲ, ਧੱਕੇ ਨਾਲ ਕਿਸੇ ਨੂੰ ਕੁਛ ਦੇਣਾ ਚਾਹੁੰਦੇ ਹਾਂ, ਉਹ ਅਗਲਾ ਲੈਣਾ ਨਹੀਂ ਚਾਹੁੰਦਾ ਅਤੇ ਅਸੀਂ ਧੱਕੇ ਨਾਲ ਦੇਈ ਜਾਣੇ, ਕਿਉਂਕਿ ਅਸੀਂ ਕਿਸੇ ਨਾਲ ਰਿਸ਼ਤਾ ਪਾਉਣਾ ਚਾਹੁੰਦੇ ਹਾਂ। ਇਹ ਬਰਾਈਬਰੀ ਜਿਸ ਨੂੰ ਕਹਿੰਦੇ, ਸਟਲ ਬਰਾਈਬਰੀ ਜ਼ਿੰਦਗੀ ਵਿੱਚ ਹੁੰਦੀ ਹੈ। ਕਿਸੇ ਦੇ ਨਾਲ ਅਸੀਂ ਦੋਸਤੀ ਕਰਨਾ ਚਾਹੁੰਦੇ ਤਾਂ ਅਸੀਂ ਉਸ ਨੂੰ ਚੀਜ਼ਾਂ ਦੇਣੇ ਹਾਂ, ਕਿਸੇ ਦੇ ਮਨ ਖਰੀਦ ਲੈਣੇ ਆ ਚੀਜ਼ਾਂ ਦੇ ਕੇ। ਇੱਥੇ ਇਸ ਤਰ੍ਹਾਂ ਹੀ ਚੱਲਦਾ। ਕਿਸੇ ਨੇ ਇੰਨਾ ਪੈਸਾ ਦਿੱਤਾ ਵਿਆਹ ਵਿੱਚ, ਉਹਨੇ ਦਿੱਤਾ ਇੰਨਾ ਪੈਸਾ ਦਿੱਤਾ, ਉਹਦੇ ਨਾਲ ਦੋਸਤੀ ਹੋ ਜਾਂਦੀ ਹੈ। ਪੈਸਾ ਦੇ ਨਾਲ ਬਹੁਤ ਅੱਜ ਕੱਲ੍ਹ ਦੁਨੀਆ ਵਿੱਚ ਦੋਸਤੀ ਕੀ, ਰਿਸ਼ਤੇ ਵੀ ਖਰੀਦੇ ਜਾਂਦੇ ਨੇ। ਅਸਾਂ ਉਹ ਨਹੀਂ ਕਰਨਾ, ਨਾ ਦੇਣ ਦੀ ਜ਼ੋਰ ਕਰਨਾ, ਨਾ ਲੈਣ ਦੀ। ਅਤੇ ਜੇ ਕੋਈ ਸਾਨੂੰ ਦੇਵੇ ਅਤੇ ਉਹ ਅਸੀਂ ਲੈਣ ਦੀ ਵੀ ਜ਼ੋਰ ਨਹੀਂ ਕਰਨਾ ਕਿ ਮੈਂ ਨਹੀਂ ਲੈਣਾ, ਨਹੀਂ ਲੈਣਾ। ਮਤਲਬ ਨਾ ਮੰਗਣ ਦੀ ਜ਼ੋਰ, ਨਾ ਦੇਣ ਦੀ ਜ਼ੋਰ। ਮੰਗਣਾ ਤਾਂ ਕੋਈ ਨਹੀਂ, ਪੱਕਾ ਮੰਗਣ ਦੀ ਗੱਲ ਹੀ ਨਹੀਂ ਹੁੰਦੀ, ਕਿਉਂਕਿ ਅਸੀਂ ਅਕਾਲ ਪੁਰਖ ਨੂੰ ਮਿਲ ਚੁੱਕੇ ਹਾਂ ਅਤੇ ਅਕਾਲ ਪੁਰਖ ਕੋਲ ਲੈਣਾ ਜੋ ਲੈਣਾ। ਬਸ ਦੁਨੀਆ ਨੂੰ ਅਸੀਂ ਦਿੰਦੇ ਰਹੀਏ। ਜ਼ੋਰ ਨਾ ਜੀਵਨ, ਮਰਨ ਨੇ ਜ਼ੋਰ। ਇੱਥੇ ਗੁਰੂ ਕਹਿੰਦੇ ਨੇ ਸਾਡੀ ਸ਼ਕਤੀ ਨਹੀਂ ਹੈ ਆਪਣਾ ਜੀਵਨ ਚੁਣਨ ਦਾ। ਕਦ ਮੈਂ ਇਸ ਸਰੀਰ ਨੂੰ ਛੱਡਣੀ ਆ, ਮਰਨ ਨੇ ਜ਼ੋਰ। ਮਰਨਾ ਕਦੋਂ ਹੈ ਇਹ ਵੀ ਸਾਨੂੰ ਨਹੀਂ ਪਤਾ। ਆਉਣਾ ਇਸ ਸਰੀਰ ਵਿੱਚ ਇਹ ਵੀ ਸਾਨੂੰ ਨਹੀਂ ਪਤਾ ਕਦੋਂ ਆਉਣਾ, ਕਦੋਂ ਮਰਨਾ, ਕਦੋਂ ਜਿਉਣਾ, ਕਦੋਂ, ਇਹ ਇੰਨਾ ਵੀ ਸਾਨੂੰ ਨਹੀਂ ਪਤਾ। ਅਤੇ ਫਿਰ ਸਾਡੀ ਕੀ ਜ਼ੋਰ ਹੈ? ਇੱਥੇ ਗੁਰੂ ਜੀ ਸਾਡੀ ਮੱਤ ਨੂੰ ਅਟੈਕ ਕਰਦੀ ਹੈ ਕਿ ਤੂੰ ਆਪੇ ਸੋਚ ਕਿ ਤੇਰੇ ਇਸ ਸ਼ਕਤੀ, ਤੇਰੇ ਕੋਲ ਕਿੰਨੀ ਕੁ ਸ਼ਕਤੀ ਹੈ। ਮਤਲਬ ਉਸ ਦੀ ਵਡਿਆਈ ਵਿੱਚ ਇਹ ਆਖਿਆ ਗਿਆ, ਨਾ ਕਿ ਸਾਨੂੰ ਨੀਵਾਂ ਦਿਖਾਉਣ ਦੀ। ਮਤਲਬ ਅਸੀਂ ਆਪਣੀ ਔਕਾਤ ਵਿੱਚ ਰਹੀਏ, ਕਿ ਸਾਨੂੰ ਆਪਣਾ ਸਮਝੀਏ ਅਸਲੀਅਤ, ਕਿ ਮੈਨੂੰ ਸੱਚ ਵਿੱਚ ਜ਼ੋਰ ਨਾ ਜੀਵਨ, ਮਰਨ ਨੇ ਜ਼ੋਰ। I have no power to say as to whether I die or I live। ਇਹ ਤਾਂ ਸਾਰਿਆਂ ਨੂੰ ਪਤਾ, ਨਾ ਮੈਨੂੰ ਜਨਮ ਦਾ ਪਤਾ ਹੈ, ਨਾ ਮੈਂ ਕਦੋਂ ਮਰਨੇ, ਮੈਨੂੰ ਕੋਈ ਪਤਾ ਨਹੀਂ। ਕੋਈ ਅਚਾਨਕ ਬੈਠੇ ਬੈਠੇ ਸਰੀਰ ਛੱਡ ਦਿੰਦਾ, ਨਾ ਕੋਈ ਬਿਮਾਰੀ, ਨਾ ਕੋਈ ਪ੍ਰੋਬਲਮ, ਇਹ ਵੀ ਅਸੀਂ ਸੁਣਿਆ। ਅਤੇ ਕੋਈ ਇੰਨੇ ਬਿਮਾਰ ਹੋ ਕੇ ਵੀ ਠੀਕ ਹੋ ਜਾਂਦੇ ਨੇ। ਜੋਲ ਨਾਰਾਜ਼ ਮਾਲ ਮਨਸੂਰ, ਕਿ ਅਸੀਂ ਇਹ ਸਾਰਾ ਜਿਹੜਾ ਅਸੀਂ ਇਕੱਠਾ ਕਰ ਰਹੇ ਹਾਂ, ਇੰਨਾ ਕੁਛ, ਇਹ ਉਹ ਸਾਨੂੰ ਮਾਇਆ ਵਿੱਚ ਲੈ ਜਾਂਦੀ ਹੈ। ਅਸੀਂ ਇਸ ਇਕੱਠਾ ਕਰਨ ਦੇ ਵਿੱਚ, ਜੋੜਨ ਦੇ ਵਿੱਚ ਰਾਜ਼ ਨੂੰ ਅਤੇ ਮਾਲ ਨੂੰ, ਇਹੋ ਸਾਡੇ ਮਨ ਦੀ ਸ਼ੋਰ ਬਣ ਜਾਂਦੀ ਹੈ। ਅਸੀਂ ਜਦੋਂ, ਅਤੇ ਗੁਰੂ ਕਹਿੰਦੇ ਨੇ ਇੱਥੇ ਵੀ ਜ਼ੋਰ ਨਹੀਂ ਲਾਣੀ। ਵੱਡੀ ਸਾਡੀ ਐਮਪਾਇਰ ਹੋਏ, ਵੱਡੀ ਸਾਡੀ ਬਿਜ਼ਨਸ ਹੋਏ, ਸਾਡਾ ਘਰ ਸ਼ਾਨਦਾਰ ਹੋਏ, ਸਾਡੇ ਬੱਚੇ ਅਮੀਰਾਂ ਵਰਗਾ ਰਹਿਣ, ਇਹ ਵੀ ਰਾਜ ਬਣਾਉਣ ਦੀ ਜ਼ੋਰ ਵਿੱਚ ਨਹੀਂ ਉਹ ਲੱਗਣਾ। ਅਤੇ ਨਾਲੇ ਰਾਜ ਅਤੇ ਮਾਲ ਨੂੰ ਇਕੱਠਾ ਕਰਨਾ, ਇਹ ਮਨ ਦੀ ਸ਼ੋਰ ਬਣ ਜਾਏਗੀ। ਗੁਰੂ ਜੀ ਕਹਿੰਦੇ ਨੇ ਧਿਆਨ ਰੱਖਿਓ, ਕਿਉਂਕਿ ਇਹ ਫਿਰ ਸਾਡੇ ਮਨ ਨੂੰ ਸਤਾਏਗੀ, ਜਿਹੜਾ ਅਸੀਂ ਜ਼ਿਆਦਾ ਜ਼ੋਰ ਇਸ ਦੇ ਉੱਤੇ ਪਾਵਾਂਗੇ। ਸਾਨੂੰ ਪਤਾ ਹੈ ਕਈ ਵਾਰੀ ਮੈਂ ਕਈ ਵਾਰੀ ਟੁਰਨੀ ਹਾਂ ਅਤੇ ਇੱਕ ਗਰੀਬ ਨੂੰ ਰੋਡ ਸਾਈਡ 'ਤੇ ਵੇਖਣੇ ਹਾਂ, ਉਹ ਨਾ ਕੋਈ ਮਕਾਨ ਨਾ ਕੁਛ, ਉਹ ਬੈਠਾ ਰਹਿੰਦਾ, ਲੇਟਾ ਰਹਿੰਦਾ, ਆਪਣਾ ਰੇਡੀਓ ਸੁਣ ਰਿਹਾ, ਮਸਤੀ ਦੇ ਵਿੱਚ ਮੁਸਕਰਾਉਂਦੇ ਆ। ਅਤੇ ਉੱਥੇ ਥੋੜ੍ਹੇ ਟੁੱਟੇ ਫੁੱਟਾ ਸਮਾਨ ਕੂੜਾ ਤੋਂ ਕਿਧਰੇ ਇਕੱਠਾ ਕਰਕੇ, ਕੋਈ ਉਹਨੂੰ ਪੈਸਾ ਦੇ ਰਿਹਾ ਨਹੀਂ ਦੇ ਰਿਹਾ, ਉਹਨੂੰ ਖਾਣਾ ਮਿਲ ਜਾਂਦਾ ਰੋਜ਼ ਦੀ, ਉਹ ਮਸਤ ਹੈ। ਅਤੇ ਜਿਹੜਾ ਗਰੀਬ ਅਤੇ ਜਿਹੜੇ ਅਮੀਰ ਲੋਕ ਨੇ, ਉਹ ਆਫਿਸ ਵਿੱਚ ਬਹਿ ਕੇ ਉਹ ਕੰਮ ਕਰਨੇ, ਉਹ ਤਕਲੀਫ, ਮੇਰਾ ਪੈਸਾ
ਹੋਰ ਬਣਾਵਾਂ, ਉਹ ਰਾਤ ਨੂੰ ਨਿੰਦਰ ਨਾ ਪਵੇ, ਸਟ੍ਰੈਸ ਹੋਏ, ਸ਼ੇਅਰ ਮਾਰਕੀਟ ਉੱਤੇ ਚੱਲ ਰਿਹਾ ਥੱਲੇ ਚੱਲ ਰਿਹਾ, ਇਹ ਬਿਜ਼ਨਸ ਦੇ ਗੱਲਾਂ ਉਹਨੂੰ ਤੰਗ ਕਰਦੀ ਹੈ, ਰਾਤ ਨਿੰਦਰ ਨਹੀਂ ਪੈਂਦੀ, ਆਪਣੇ ਬੱਚਿਆਂ ਨੂੰ ਦੇਖਣ ਦਾ ਟਾਈਮ ਨਹੀਂ, ਬੱਚੇ ਪੈਦਾ ਕੀਤੇ ਤੇ ਰਾਤ ਦੇ 10-11 ਵਜੇ ਘਰ ਵੜਦੇ, ਪੈਸਾ ਇਕੱਠੇ ਕਰਦੇ ਨੇ ਬੱਚਿਆਂ ਵਾਸਤੇ। ਬੱਚਿਆਂ ਨੂੰ ਤੁਹਾਡੀ ਪਿਆਰ ਚਾਹੀਦੀ, ਪੈਸਾ ਤਾਂ ਇੱਥੇ ਹੀ ਰਹਿ ਜਾਣਾ, ਕਿੰਨਾ ਕੁ ਤੁਸੀਂ ਖਾਓਗੇ ਯੂਜ਼ ਕਰੋਗੇ, ਬਾਕੀ ਇੱਥੇ ਹੀ ਪਿਆ ਰਹੇਗਾ। ਹਾਂ ਜ਼ਰੂਰ ਤਰੱਕੀ ਵਾਸਤੇ ਕੰਮ ਕਰਿਓ, ਪਰ ਉਹ ਜੋੜਨ ਦੇ ਵਿੱਚ ਇੰਨਾ ਨਾ ਮਸਤ ਲੱਗੋ ਕਿ ਤੁਹਾਡੇ ਮਨ ਦੀ ਅਸ਼ਾਂਤੀ ਬਣ ਜਾਏ। ਅਸੀਂ ਮਨ ਦੀ ਸ਼ਾਂਤੀ ਵਾਸਤੇ ਇਹ ਗੱਲ ਕਰੇ, ਮਨ ਵਿੱਚ ਸ਼ੋਰ ਨਾ ਹੋਏ, ਮਨ ਸ਼ਾਂਤ ਰਵੇ, ਮਨ ਦੀ ਸ਼ਾਂਤੀ ਦਾ ਧਿਆਨ ਰੱਖਿਓ। ਇੰਨਾ ਵੀ ਕੁਛ ਨਾ ਕਰਿਓ ਕਿ ਮਨ ਅਸ਼ਾਂਤ ਹੋ ਜਾਏ। ਅਤੇ ਕਈ ਵਾਰੀ ਕੁਛ ਵੀ ਨਹੀਂ ਕਰਦੇ ਵੀ ਮਨ ਅਸ਼ਾਂਤ ਹੁੰਦੀ ਹੈ, ਫਿਰ ਉੱਥੇ ਕੁਛ ਕਰਨਾ ਚਾਹੀਦਾ ਤਾਂ ਕਿ ਮਨ ਸ਼ਾਂਤ ਰਹੇ। ਮਨ ਸ਼ਾਂਤ ਨਾ ਹੋਵੇ, ਇਹ ਗੱਲ 'ਤੇ ਗੌਰ ਕਰਿਓ। ਔਰ ਮਨ ਸ਼ਾਂਤ ਹੈ ਜਾਂ ਅਸ਼ਾਂਤ ਹੈ, ਇਹ ਬਾਹਰਲੀ ਜੋੜ ਬਾਹਰਲੀ ਚੀਜ਼ਾਂ ਨਾਲ ਨਹੀਂ। ਮਨ ਨੂੰ ਸ਼ਾਂਤ ਰੱਖਣਾ ਅਤੇ ਉਸ ਅਕਾਲ ਪੁਰਖ ਨੂੰ ਮਿਲ ਕੇ ਰੱਖ ਸਕਦੇ ਆ, ਕਿਉਂਕਿ ਉਹ ਸ਼ਾਂਤੀ ਦਾ ਦੂਤ ਹੈ, ਉਹ ਸ਼ਾਂਤੀ ਦਾ ਘਰ ਵਿੱਚ ਨਿਵਾਸੀ ਹੈ, ਸਾਡੀ ਸ਼ਾਂਤੀ ਧਾਮ ਹੈ। ਉੱਥੇ ਜਾ ਕੇ ਆਪਾਂ ਅਕਾਲ ਪੁਰਖ ਨੂੰ ਮਿਲਾਂਗੇ ਅਤੇ ਜ਼ਰੂਰ ਸਾਨੂੰ ਸ਼ਾਂਤੀ ਮਿਲੇਗੀ। ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੇ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। I have no authority or power by myself to gain any understanding of divine knowledge or meditation. I have no power to find my way to escape from the world to achieve liberation. ਮਤਲਬ ਕਿ ਉਸ ਦੀ ਜ਼ੋਰ ਦੇ ਨਾਲ ਮੈਂ ਸੁਰਤੀ ਨਹੀਂ ਜਗਾ ਸਕਦੀ, ਨਾ ਗਿਆਨ ਨਾ ਵਿਚਾਰ ਕਰ ਪਾਵਾਂਗੀ, ਨਾ ਜ਼ੋਰ ਦੇ ਨਾਲ ਜੁਗਤੀ ਛੁੱਟੇ ਸੰਸਾਰ। ਮਤਲਬ ਅਸੀਂ ਸੰਸਾਰ ਤੋਂ ਛੱਡ ਕੇ ਕਿਵੇਂ ਜਾਈਏ ਮੁਕਤੀ ਧਾਮ ਵਿੱਚ, ਇਸ ਦੇ ਉੱਤੇ ਅਸੀਂ ਜ਼ੋਰ ਨਹੀਂ ਕਰ ਸਕਦੇ। ਇਹਨਾਂ ਗੱਲਾਂ ਵਿੱਚ ਸਾਡੀ ਜ਼ੋਰ ਨਹੀਂ ਚੱਲਦੀ। ਇਹ ਉਸ ਅਕਾਲ ਪੁਰਖ ਮਾਲਕ ਦੀ ਕਿਰਪਾ ਦੇ ਨਾਲ ਉਹ ਆਪੇ ਕਰ ਰਹੇ ਅਤੇ ਅਸੀਂ ਕਰੀ ਜਾ ਰਹੇ। ਜਿਵੇਂ ਅਸੀਂ ਆਖਿਆ ਕਿ ਮਨ ਦੇ ਉੱਤੇ ਸਾਡਾ ਕੰਟਰੋਲ ਹੈਗਾ। ਆਤਮਾ ਦੀ ਜਿਹੜੀ ਅਸੀਂ ਗੱਲ ਕੀਤੀ ਹੈ, 2 ਸਾਈਡਸ ਆਫ ਦ ਕੋਇਨ, ਜਿਹੜੀ ਲਾਈਫ ਫੋਰਸ ਐਨਰਜੀ ਉਹ ਸਾਡੇ ਕੰਟਰੋਲ ਵਿੱਚ ਨੇ, ਉਹ ਆਟੋਮੈਟਿਕ ਹੈ। ਉਹ ਅਕਾਲ ਪੁਰਖ ਦੇ ਨਾਲ ਡਾਇਰੈਕਟਲੀ ਕਨੈਕਟਡ ਹੈ ਕਿ ਜੋ ਜਿੱਥੇ ਅਸੀਂ ਜਨਮ ਲਵਾਂਗੇ, ਜਦੋਂ ਅਸੀਂ ਟੁਰ ਜਾਵਾਂਗੇ, ਉਸ ਦੀ ਵਡਿਆਈ ਦੇ ਵਿੱਚ ਹੈ। ਉਹਦੇ ਉੱਤੇ ਅਸੀਂ ਕੁਛ ਨਹੀਂ ਕਰ ਸਕਦੇ। ਹਾਂ ਇਹ ਮਨ ਦੇ ਨਾਲ ਸਾਡੇ ਕੰਟਰੋਲ ਹੈਗਾ। ਮਨ ਬੁੱਧ ਮਤ, ਮਤਲਬ ਕਿ ਮਨ ਬੁੱਧੀ ਸੰਸਕਾਰ ਅਸੀਂ ਆਪਣੇ ਇਹ ਨੂੰ ਸਮਝੀਏ ਅਤੇ ਮਨ ਦੇ ਨਾਲ ਉਸ ਅਕਾਲ ਪੁਰਖ ਨਾਲ ਜੋੜੀਏ, ਫਿਰ ਸਾਡੀ ਸੁਰਤੀ ਅਤੇ ਸਾਡੇ ਵਿਚਾਰ ਉਹ ਖੋਲ੍ਹਦੇ ਨੇ। ਅਸੀਂ ਆਪੇ ਨਹੀਂ ਕਰ ਸਕਦੇ ਇਹ ਗਿਆਨ ਦੀਆਂ ਗੱਲਾਂ, ਇਹ ਵਿਚਾਰ, ਇਹ ਰੱਬੀ ਮਿਹਰ ਹੋਏ ਤਾਂ ਕਿਧਰੇ ਜਾ ਕੇ ਕਰ ਸਕਦੇ, ਆਪੇ ਨਹੀਂ ਕਰ, ਸਾਡੀ ਕੋਈ ਜੋੜ ਨਹੀਂ ਇਸ ਦੇ ਵਿੱਚ। ਜਿਸ ਹੱਥ ਜੋੜ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। He is the one that holds the reins of the world and runs it. And he is the one that allows and decides who is worthy and fit. O Nanak, there is none we can distinguish as high and low, for all are merely puppets in his great show. And it's but with his allowance that we can meditate and obey, or even his trumpet blow. ਮਤਲਬ ਕਿ ਉਸ ਦੀ ਸਿਫਤ ਕਰਨ ਵਿੱਚ ਵੀ ਉਸ ਦੀ ਕਿਰਪਾ ਹੋਏ ਤਾਂ ਅਸੀਂ ਕਰ ਸਕਦੇ ਹਾਂ। ਇਹ ਲਾਸਟ ਲਾਈਨ ਜਿਹੜੀ ਗੱਲ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ, ਅਸੀਂ ਉਹ ਜਾਣਦੇ, ਉਹ ਜੋਰ ਕਰਦੇ, ਅਸੀਂ ਨਹੀਂ ਕਰ ਸਕਦੇ। ਜਿਸ ਹੱਥ ਜੋਰ ਕਰ ਵੇਖੈ ਸੋਏ, ਉਸ ਦੀ ਜੋਰ ਦੇ ਨਾਲ ਉਹੀਓ ਕਰ ਰਿਹਾ ਅਤੇ ਉਹ ਵੇਖ ਰਿਹਾ। ਜਿਸ ਹੱਥ ਜੋਰ, ਜਿਸ ਦੇ ਹੱਥ ਜੋਰ ਹੈਗਾ, ਮਤਲਬ ਕਿ ਅਕਾਲ ਪੁਰਖ ਉਹ ਕਰ ਰਿਹਾ ਅਤੇ ਉਹ ਵੇਖ ਰਿਹਾ। ਨਾਨਕ, ਗੁਰੂ ਨਾਨਕ ਕਹਿੰਦੇ ਨੇ ਇੱਥੇ, ਉੱਤਮ ਨੀਚ ਨ ਕੋਏ। ਅਸੀਂ ਊਂਚਾ ਜਾਂ ਨੀਚਾ ਇਹ ਸਾਡੇ 'ਤੇ ਨਹੀਂ ਹੈ। ਜਿਸ ਦੇ ਹੱਥ ਜੋਰ ਹੈ ਉਹ ਉਸ ਦੀ ਹੱਥ ਹੈ। ਅਸੀਂ ਸਮਝਦੇ ਹਾਂ, ਅਸੀਂ ਉਸਨੂੰ ਧਿਆਨ ਦੇ ਸਕਦੇ ਹਾਂ, ਉਹ ਵੀ ਸਾਡੇ ਹੱਥ ਨਹੀਂ। ਉਸ ਨੂੰ ਕਹਿਣਾ ਪੈਂਦਾ। ਜਿਵੇਂ ਰਾਤੀ ਜੇ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੀ, ਉਸ ਨੂੰ ਅਸੀਂ ਪਿਆਰ ਦੇ ਨਾਲ ਹਉਮੈ ਵਿੱਚ ਨਹੀਂ,
ਨਿਮਰਤਾ ਵਿੱਚ, ਨਿਮਾਣਤਾ ਵਿੱਚ, ਹੋਮਾਂ ਤੋਂ ਉੱਤੇ ਚੁੱਕ ਕੇ ਆਪਣੇ ਆਪ ਨੂੰ ਆਤਮਾ ਸਮਝ ਕੇ ਉਸ ਨੂੰ ਕਹਿਣਾ ਪੈਂਦਾ ਕਿ ਇਹ ਸੱਚੇ ਪਾਤਸ਼ਾਹ, ਮੈਂ ਤੇਰੇ ਹੁਕਮ ਮੰਨਣਾ ਚਾਹੁੰਦੀ ਹੈ, ਤੂੰ ਮੈਨੂੰ ਆਪਣਾ ਹੁਕਮ ਬਣਾ। ਅੰਮ੍ਰਿਤ ਵੇਲਾ ਤੇ ਫਿਰ ਤੂੰ ਮੈਨੂੰ ਜਗਾਣਾ, ਮੇਰੇ ਮਨ ਵਿੱਚ ਇਹ ਗੱਲ ਪਾਉਣਾ। ਅਸੀਂ ਅਰਦਾਸ ਕਰ ਸਕਦੇ ਹਾਂ, ਗੱਲਾਂ ਕਰ ਸਕਦੇ ਹਾਂ, ਪਿਆਰ ਨਾਲ ਉਸ ਨੂੰ ਕਹਿ ਸਕਦੇ ਹਾਂ, ਫਿਰ ਉਸ ਦੀ ਜੋੜ ਚੱਲਦੀ ਹੈ। ਜੇ ਆਪਾਂ ਉਹਨਾਂ ਨੂੰ ਕਵਾਂਗੇ, ਫਿਰ ਜਿਸ ਹੱਥ ਜੋਰ ਕਰ ਵੇਖੇ ਸੋਏ, ਫਿਰ ਉਹ ਕਰਦੇ ਨੇ। ਫਿਰ ਉਹ there is none we can distinguish as high and low, ਕੋਈ ਊਚ ਨੀਚ ਅਸੀਂ ਨਹੀਂ ਕਹਿ ਸਕਦੇ। ਉਸ ਦੀ ਜੋਰ, ਉਸ ਦੀ ਰਜ਼ਾ ਦੇ ਵਿੱਚ ਫਿਰ ਉਹ ਕਹਿਣਾ ਮੰਨਦਾ ਕਿਸੇ ਦਾ, ਅਤੇ ਉਹ ਫਿਰ ਉੱਚਾ ਹੋਏ ਜਾਂ ਨੀਚ ਹੋਏ, ਉਹ ਆਪਣੇ ਮਨ ਦੀ ਅਕਾਲ ਪੁਰਖ ਦੇ ਮਿਲਣ ਦਾ ਤਰੀਕਾ ਹੈ। ਕਿ ਅਸੀਂ ਜੇ ਅਕਾਲ ਪੁਰਖ ਨਾਲ ਗੱਲ ਹੀ ਨਹੀਂ ਕਰਦੇ, ਅਸੀਂ ਉੱਠਾਂਗੇ ਅੰਮ੍ਰਿਤ ਵੇਲਾ, ਮੈਂ ਅੰਮ੍ਰਿਤ ਵੇਲਾ ਉੱਠ ਸਕਦੀ ਹਾਂ, ਨਹੀਂ ਉੱਠ ਸਕਦੇ ਹਾਂ ਅਸੀਂ ਰੋਜ਼। ਅਕਾਲ ਪੁਰਖ ਦੀ ਸ਼ਕਤੀ ਤੋਂ ਬਿਨਾਂ ਮੈਂ ਦੇਖ ਚੁੱਕੀ ਹਾਂ ਅੰਮ੍ਰਿਤ ਵੇਲਾ ਰੋਜ਼ ਕਰਦਿਆਂ ਕਿ ਮਨ ਕਿੰਨਾ ਭਟਕਦਾ ਹੈ, ਮਨ ਕਿੰਨਾ ਆਲਸ ਹੈ, ਮਨ ਕਿੰਨਾ ਅਲਬੇਲਾ ਹੈ, ਕਿ ਕਦੀ ਸੌਣਾ ਚਾਹੁੰਦਾ, ਕਦੀ ਨਹੀਂ ਉੱਠਣਾ ਚਾਹੁੰਦਾ। ਪਰ ਅਕਾਲ ਪੁਰਖ ਦੇ ਲੜ ਲੱਗਿਆ ਫਿਰ ਉਹ ਜਗਾਉਂਦਾ ਅਤੇ ਉਹ ਹਿੰਮਤ ਦਿੰਦਾ ਅਤੇ ਉਹ ਫਿਰ ਕਰਾਉਂਦਾ। ਅਤੇ ਉਸ ਦੀ ਜ਼ੋਰ ਉਹ ਕਰਦਾ ਅਤੇ ਉਹ ਵੀ ਉਹ ਵਹਿੰਦਾ। ਅਸੀਂ ਉਸ ਨੂੰ ਬਸ ਪਿਆਰ ਦੇ ਨਾਲ ਉਸ ਨੂੰ ਕਹਿ ਸਕਦੇ, all are merely puppets in his great show। ਅਸੀਂ ਉਸ ਦੇ ਖੇਡ ਦੇ ਵਿੱਚ ਕਠਪੁਤਲੇ ਹਾਂ। ਬਸ ਅਸੀਂ ਬਸ ਉਸ ਦੇ ਕੌਣ ਉੱਚਾ ਕੌਣ ਨੀਵਾਂ ਉਹ ਜਾਣਦਾ, ਅਸੀਂ ਨਹੀਂ ਜਾਣਦੇ। ਉਹ ਕਹੇ ਅਤੇ ਅਸੀਂ ਉਸ ਦੀ ਗਿਆਨ ਕਰ ਸਕਦੇ, ਉਹ ਕਹੇ ਉਹ ਰਾਜ਼ੀ ਨੇ ਅਤੇ ਅਸੀਂ ਉਸ ਨੇ ਮੈਡੀਟੇਟ ਕਰ ਸਕਦੇ ਹਾਂ, ਉਸ ਦੀ ਹੁਕਮ ਮੰਨ ਸਕਦੇ, ਉਸ ਦੀ ਸਿਫਤ ਕਰ ਸਕਦੇ। ਉਸ ਦੇ ਹੁਕਮ ਤੋਂ ਬਿਨਾਂ ਸਾਡੀ ਕੋਈ ਜ਼ੋਰ ਨਹੀਂ ਹੈਗਾ। ਇਸ ਪੰਕਤੀ ਆਪਣੇ ਜਿਹੜਾ ਅਸੀਂ ਸਮਝਦੇ ਸਾਡੇ ਕੋਲ ਜ਼ੋਰ ਹੈਗਾ ਉਹ ਕਰਨ ਦਾ, ਇਹ ਕਰਨ ਦਾ, ਇਸ ਵੇਲੇ ਸਾਡੀ ਕੋਈ ਸ਼ਕਤੀ ਨਹੀਂ ਰਹੀ। ਹਾਂ, ਜਦੋਂ ਅਸੀਂ ਅਕਾਲ ਪੁਰਖ ਤੋਂ ਆਏ ਹਾਂ ਆਪਣਾ ਪਹਿਲਾ ਜਨਮ ਵਿੱਚ, ਪਹਿਲਾਂ ਕਈ ਜਨਮਾਂ ਦੇ ਵਿੱਚ 21 ਜਨਮ ਵਿੱਚ ਤਾਂ ਅਸੀਂ ਕਾਫੀ ਭਰਪੂਰ ਸਾਂ। ਸ਼ੁਰੂ ਤੋਂ ਬਹੁਤ 100%, ਫਿਰ ਬਾਅਦ ਵਿੱਚ ਵੀ ਬਹੁਤ ਹੀ ਭਰਪੂਰ ਸਾਂ। ਪਰ ਹੁਣ ਸਾਡੇ ਵਿੱਚ ਉਹ ਸ਼ਕਤੀ, ਉਹ ਜ਼ੋਰ ਨਹੀਂ ਰਹੀ। ਸਾਨੂੰ ਅਕਾਲ ਪੁਰਖ ਨੂੰ ਮਿਲ ਕੇ ਉਹ ਸ਼ਕਤੀ ਲੈਣੀ ਪੈਗੀ। ਇਸ ਵੇਲੇ ਸਾਡੀ ਨਹੀਂ ਚੱਲਦੀ, ਉਸ ਦੀ ਚੱਲਦੀ ਹੈ। ਅਤੇ ਜੇ ਖੁਸ਼ ਰਹਿਣਾ ਚਾਹੁੰਦੇ ਹਾਂ ਉਸ ਦੀ ਲੜ, ਉਸ ਦੀ ਲਿਵ, ਉਸ ਦੇ ਨਾਲ ਉਸਦੇ ਹੱਥ ਪਕੜਨੀ ਪੈਗੀ, ਉਸ ਨੂੰ ਮਿਲਣਾ ਪਏਗਾ। ਇਸ ਕਲਯੁਗ ਦੇ ਦੁਨੀਆਂ ਵਿੱਚ ਜੀਣ ਵਾਸਤੇ ਸਟ੍ਰੈਸ ਫਰੀ, ਹੈਪੀ, ਨੋ ਟੈਨਸ਼ਨ, ਸਲੀਪ ਵੈਲ, ਇਹ ਸਾਰਾ ਕੁਝ ਅਸੀਂ ਚਾਹੁੰਦੇ ਹਾਂ। ਅਤੇ ਫਿਰ ਅਕਾਲ ਪੁਰਖ ਨੂੰ ਮਨ ਵਿੱਚ ਮਿਲਿਓ ਅਤੇ ਫਿਰ ਦੇਖੋ ਕਿਵੇਂ ਸੁੱਖ ਚੈਨ ਦਾ ਨੀਂਦ ਸੋਵੋਗੇ ਅਤੇ ਕੋਈ ਪ੍ਰੋਬਲਮ ਜ਼ਿੰਦਗੀ ਵਿੱਚ ਆਏਗੀ ਨਹੀਂ। ਪ੍ਰੋਬਲਮ ਆਏਗੀ ਜਾਏਗੀ, ਆਪਾਂ ਡਰਾਮਾ ਤੋਂ ਅਲੱਗ ਹੋ ਕੇ ਉਸਨੂੰ ਦੇਖ ਪਾਵਾਂਗੇ। ਆਪ ਜੀ ਦਾ ਥੈਂਕ ਯੂ। ਟਾਈਮ ਨੂੰ ਵਹਿੰਦਿਆਂ ਹੋਇਆਂ ਹੁਣ ਇਜਾਜ਼ਤ ਦੇਈਓ, ਟਾਈਮ ਹੋ ਗਿਆ। ਇਸ ਏਕ ਓਂਕਾਰ ਇੱਕ ਪਰਮਾਤਮਾ ਦੀ ਅਗਲੀ ਐਪੀਸੋਡ ਵਿੱਚ ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ। ਓਮ ਸ਼ਾਂਤੀ।